ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਕਿਤਾਬ ਐਗਰੀਕਲਚਰ ਜਾਂ ਖੇਤੀਬਾੜੀ ਤੇ ਉਹਦਾ 7ਵਾਂ ਪਾਠ ਜੋ ਕਿ ਹੈ ਬਹੁਪਾਂਤੀ ਖੇਤੀ ਤੇ ਅੱਜ ਆਪਾਂ ਚਰਚਾ ਕਰਾਂਗੇ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ ਬਾਰੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਅਭਿਆਸ ਊੜਾ ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਓ। ਪਹਿਲਾ ਪ੍ਰਸ਼ਨ नीम पहाड़ी इलाके विच केड़ा फसली चक्कर अपनाया जाता है? उत्तर झोना कणक। दूजा प्रश्न दक्षिण पश्चिमी खेतर विच प्रमुख फसली चक्कर केड़ा है? उत्तर नरमा कपाह ते कणक। तीजा प्रश्न दो तीन फसली चक्कर प्रणाली दी एक उदाहरण दिओ। उत्तर मक्की आलू मूंगी मूंगफली आलू बाजरा। चौथा प्रश्न ਝੋਨਾ ਬੀਜਣ ਨਾਲ ਕੇਂਦਰੀ ਪੰਜਾਬ ਵਿੱਚ ਪਾਣੀ ਦਾ ਕਿੰਨਾ ਪੱਧਰ ਹਰ ਸਾਲ ਡੂੰਘਾ ਹੋ ਰਿਹਾ ਹੈ? ਉੱਤਰ ਲਗਭਗ 74 ਸੈਂਟੀਮੀਟਰ। ਪ੍ਰਸ਼ਨ 5 ਹਵਾ ਵਿਚਲੀ ਨਾਈਟ੍ਰੋਜਨ ਨੂੰ ਬੂਟੇ ਦੀਆਂ ਜੜ੍ਹਾਂ ਵਿੱਚ ਜਮ੍ਹਾਂ ਕਰਨ ਲਈ ਕਿਹੜਾ ਬੈਕਟੀਰੀਆ ਮਦਦ ਕਰਦਾ ਹੈ? ਉੱਤਰ ਰਾਈਜ਼ੋਬੀਅਮ। 6ਵਾਂ ਪ੍ਰਸ਼ਨ ਜੰਤਰ ਬਾਸਮਤੀ ਕਣਕ ਫਸਲੀ ਚੱਕਰ ਵਿੱਚ ਕਿਸ ਖਾਦ ਦੀ ਬਚਤ ਹੁੰਦੀ ਹੈ? ਉੱਤਰ ਨਾਈਟ੍ਰੋਜਨ ਖਾਦ ਦੀ। 7ਵਾਂ ਪ੍ਰਸ਼ਨ ਭਾਰਤ ਨੂੰ ਕਿਹੜੀਆਂ ਫਸਲਾਂ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ? ਉੱਤਰ ਦਾਲਾਂ ਤੇਲ ਬੀਜ ਦੀਆਂ। ਪ੍ਰਸ਼ਨ 8 ਬਾਸਮਤੀ ਵਿੱਚ ਕਿੰਨੇ ਦਿਨ ਪਹਿਲਾਂ ਹਰੀ ਖਾਦ ਦੱਬਣੀ ਚਾਹੀਦੀ ਹੈ? ਉੱਤਰ ਪਨੀਰੀ ਲਾਉਣ ਤੋਂ 1 ਦਿਨ ਪਹਿਲਾਂ। 9ਵਾਂ ਪ੍ਰਸ਼ਨ ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਰਕਬਾ ਸਿੰਚਾਈ ਅਧੀਨ ਹੈ? ਉੱਤਰ 98%। 10ਵਾਂ ਪ੍ਰਸ਼ਨ ਪੰਜਾਬ ਵਿੱਚ ਟਿਊਬਵੈਲਾਂ ਦੀ ਗਿਣਤੀ ਕਿੰਨੀ ਹੈ? ਉੱਤਰ 14 ਲੱਖ ਦੇ ਲਗਭਗ। ਐੜਾ ਪਾਠ 1-2 ਵਾਕਾਂ ਵਿੱਚ ਉੱਤਰ ਦਿਓ। ਪਹਿਲਾ ਪ੍ਰਸ਼ਨ ਬਹੁਪਾਂਤੀ ਖੇਤੀ ਤੋਂ ਕੀ ਭਾਵ ਹੈ? ਉੱਤਰ ਬਹੁਪਾਂਤੀ ਖੇਤੀ ਤੋਂ ਭਾਵ ਹੈ ਕਿ ਮੌਜੂਦਾ ਫਸਲਾਂ ਹੇਠੋਂ ਕੁਝ ਰਕਬਾ ਕੱਢ ਕੇ ਬਦਲਵੀਆਂ ਫਸਲਾਂ ਜਿਵੇਂ ਮੱਕੀ ਦਾਲਾਂ ਬਾਸਮਤੀ ਕਮਾਦ ਆਲੂ ਤੇਲ ਬੀਜ ਫਸਲਾਂ ਆਦਿ ਹੇਠ ਲੈ ਕੇ ਆਉਣਾ। ਪ੍ਰਸ਼ਨ 2 ਪਾਣੀ ਦੀ ਘਾਟ ਵਾਲੀਆਂ ਜ਼ਮੀਨ ਵਿੱਚ ਕਿਹੜੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ? ਉੱਤਰ ਪਾਣੀ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਤੇਲ ਬੀਜ ਫਸਲਾਂ ਬੀਜਣੀਆਂ ਚਾਹੀਦੀਆਂ ਹਨ। ਤੀਜਾ ਪ੍ਰਸ਼ਨ ਮੱਕੀ ਆਧਾਰਿਤ ਫਸਲੀ ਚੱਕਰਾਂ ਦੇ ਨਾਂ ਲਿਖੋ। ਉੱਤਰ ਮੱਕੀ ਆਧਾਰਿਤ ਫਸਲੀ ਚੱਕਰ ਹਨ ਮੱਕੀ ਆਲੂ ਮੂੰਗੀ ਜਾਂ ਸੂਰਜਮੁਖੀ ਮੱਕੀ ਆਲੂ ਜਾਂ ਤੋਰੀਆ ਸੂਰਜਮੁਖੀ ਮੱਕੀ ਆਲੂ ਪਿਆਜ਼ ਜਾਂ ਮੇਥਾ ਅਤੇ ਮੱਕੀ ਗੋਭੀ ਸਰੋਂ ਗਰਮ ਰੁੱਤੀ ਮੂੰਗੀ। ਚੌਥਾ ਪ੍ਰਸ਼ਨ ਚਾਰੇ ਆਧਾਰਿਤ ਫਸਲੀ ਚੱਕਰਾਂ ਦੇ ਨਾਂ ਲਿਖੋ। ਉੱਤਰ ਮੱਕੀ ਬਰਸੀਮ ਬਾਜਰਾ ਮੱਕੀ ਬਰਸੀਮ ਮੱਕੀ ਜਾਂ ਰਵਾ। ਪੰਜਵਾਂ ਪ੍ਰਸ਼ਨ ਬਹੁ ਫਸਲੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਲਿਖੋ। ਉੱਤਰ ਘੱਟ ਜ਼ਮੀਨ ਵਿੱਚੋਂ ਵੱਧ ਪੈਦਾਵਾਰ ਮਿਲ ਜਾਂਦੀ ਹੈ ਮੌਸਮੀ ਬਦਲਾਅ ਦਾ ਟਾਕਰਾ ਕੀਤਾ ਜਾ ਸਕਦਾ ਹੈ ਰਸਾਇਣਿਕ ਖਾਦਾਂ ਦੀ ਵਰਤੋਂ ਘਟਦੀ ਹੈ ਸੰਤੁਲਿਤ ਭੋਜਨ ਦੀ ਮੰਗ ਪੂਰੀ ਹੁੰਦੀ ਹੈ ਤੇ ਰੋਜ਼ਗਾਰ ਦੇ ਮੌਕੇ ਵਧਦੇ ਹਨ ਵਾਤਾਵਰਣ ਦੀ ਸੁਰੱਖਿਆ ਹੁੰਦੀ ਹੈ ਤੇ ਕੁਦਰਤੀ ਸੋਮਿਆਂ ਦੀ ਬਚਤ ਹੁੰਦੀ ਹੈ। 6ਵਾਂ ਪ੍ਰਸ਼ਨ ਸੰਯੁਕਤ ਖੇਤੀ ਪ੍ਰਣਾਲੀ ਵਿੱਚ ਕਿਹੜੇ-ਕਿਹੜੇ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ? ਉੱਤਰ ਸੰਯੁਕਤ ਖੇਤੀ ਪ੍ਰਣਾਲੀ ਵਿੱਚ ਹੇਠ ਲਿਖੀਆਂ ਵਿੱਚੋਂ ਕੋਈ ਇੱਕ ਜਾਂ ਦੋ ਸਹਾਇਕ ਧੰਦੇ अपनाए जा सकते हैं। मच्छी पालन फलों की काश्त सब्जी की काश्त डेयरी फार्मिंग खरगोश पालना सूर पालना बकरी पालना शहद दियां मक्खियां पालना पोल्ट्री फार्मिंग वंड खेती फसलां जिवें पापलर। 7वां प्रश्न पंजाब के जल स्रोतां बारे लिखो। उत्तर पंजाब विच 98% रकबा ਸਿੰਚਾਈ ਹੇਠ ਹੈ ਅਤੇ ਲਗਭਗ 14 ਲੱਖ ਟਿਊਬਵੈਲ ਲੱਗੇ ਹੋਏ ਹਨ। ਪੰਜਾਬ ਵਿੱਚ ਸਿੰਚਾਈ ਲਈ ਨਹਿਰੀ ਪਾਣੀ ਦਾ ਵੀ ਜਾਲ ਵਿਛਿਆ ਹੋਇਆ ਹੈ। 8ਵਾਂ ਪ੍ਰਸ਼ਨ ਕੇਂਦਰੀ ਪੰਜਾਬ ਵਿੱਚ ਝੋਨਾ ਕਣਕ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ? ਉੱਤਰ
मक्की, ਝੋਨਾ, कणक, आलू, मटर, गन्ना, बासमती, सूरजमुखी, खरबूजा, मिर्च आदि होर सब्जियां। 9वां प्रश्न, नीम पहाड़ी इलाके दियां प्रमुख फसलां दे नाम लिखो। उत्तर, नीम पहाड़ी इलाके दियां प्रमुख फसलां हन कणक, मक्की, ਝੋਨਾ, बासमती, आलू, तेल, बीज फसलां ਅਤੇ मटर। 10वां प्रश्न, हल्कियां ਜ਼ਮੀਨਾਂ ਵਿੱਚ ਕਿਹੜੇ-ਕਿਹੜੇ ਫਸਲੀ ਚੱਕਰ ਅਪਣਾਉਣੇ ਚਾਹੀਦੇ ਹਨ। ਉੱਤਰ, ਹਲਕੀਆਂ ਜ਼ਮੀਨਾਂ ਵਿੱਚ मूंगफली आधारित फसली चक्कर अपनाए जा सकते हैं, जिवें गर्मी रुत दी मूंगफली, आलू या तोरियां या मटर या कणक, मूंगफली, आलू, बाजरा, मूंगफली, तोरियां या गोभी, सरो। अगे ईरी पाठ 5-6 वाकां विच उत्तर दिओ। पहला प्रश्न, खेती विभिन्नता तो की भाव है? खेती विभिन्नता दा की मंतव है अते इसदी लोड़ क्यों पई? उत्तर, खेती विभिन्नता बहुभांति खेती तो भाव है कि मौजूदा फसलों हेठों कुछ रकबा कढ़ के बदलवियां फसलां जिवें मक्की, दालां, बासमती, कमाद, आलू, तेल बीज फसलां आदि हेठ लैके आउणा। मंतव, खेती विभिन्नता दा मुख मंतव इस तरह है, कुदरती सोमियां दी संजम नाल वरतों करना ते इन्हां नूं लंबे समय तक बचाउणा, फसलां ते घट लागत नाल वधेरे आमदन प्राप्त करना, वार-वार इक्को फसली चक्कर तो छुटकारा पाउणा ताकि मिट्टी पानी दी बचत कीती जा सके। खेती विभिन्नता दी लोड़, ਝੋਨਾ कणक फसली चक्कर नूं साल विच लगभग 215 सेंटीमीटर पानी दी लोड़ पैंदी है, जिस विचों 80% पानी सिर्फ ਝੋਨੇ दी फसल विच ही खपत हो जांदा है। ਝੋਨੇ दी काशत नाल जमीन दी भौतिक ਅਤੇ रसायनिक ਬਣਤਰ ਵਿੱਚ ਵਿਗਾੜ ਆ ਰਿਹਾ ਹੈ। ਪਿਛਲੇ 50 ਸਾਲਾਂ ਦੌਰਾਨ ਮੂੰਗਫਲੀ, ਤੇਲ ਬੀਜ ਫਸਲਾਂ, ਕਮਾਦ ਅਤੇ ਦਾਲਾਂ ਹੇਠੋਂ ਰਕਬਾ ਘਟ ਕੇ ਝੋਨੇ ਦੀ ਕਾਸ਼ਤ ਹੇਠ ਆ ਗਿਆ ਹੈ। ਇਸ ਲਈ ਖੇਤੀ ਵਿਭਿੰਨਤਾ ਨਾਲ ਜ਼ਮੀਨ ਹੇਠਾਂ ਪਾਣੀ ਦੀ ਬਚਤ ਹੋ ਜਾਵੇਗੀ ਅਤੇ ਜ਼ਮੀਨ ਦੀ ਸਿਹਤ ਵਿੱਚ ਨਿਗਾਰ ਨਹੀਂ ਆਵੇਗਾ। ਦੂਜਾ ਪ੍ਰਸ਼ਨ, बहुफसली प्रणाली अपनाउण दी लोड़ क्यों है? विस्तार नाल उदाहरण सहित लिखो। उत्तर, बहुफसली खेती प्रणाली तो भाव है कि जदों एक साल विच खेत विचों 2 ਤੋਂ ਵੱਧ फसलां नूं उगाउणा। इस दा उद्देश मुख फसलां विचकार जो खाली समा बचदा है, इस विच 1 ਜਾਂ 2 वाधू फसलां उगाउणा है। बहुफसली प्रणाली दी लोड़, घट जमीन विचों वध पैदावार मिल जाती है, मौसमी बदलाव का टाकरा किया जा सकता है, रसायनिक खादां दी वरतों घटती है, संतुलित भोजन की मांग पूरी हुंदी है ते रोजगार के मौके वधदे हन, वातावरण की सुरक्षा हुंदी है ते कुदरती सोमियां की बचत हुंदी है। बहुफसली खेती विच फलीदार फसलां आउण नाल जमीन विच राइजोबियम बैक्टीरिया की मदद नाल नाइट्रोजन जमा की जाती है। इस नाल नाइट्रोजन खादां दी बचत हुंदी है। इसलिए बहुफसली चक्कर अपनाए जाते हैं, जिवें हरी खाद आधारित जिवें जंतर मक्की आदि, मक्की आधारित मक्की, आलू, मंगी या सूरजमुखी, सोयाबीन आधारित सोयाबीन, कणक, रवा, मूंगफली आधारित मूंगफली, आलू या तोरियां या मटर, हरा चारे आधारित मक्की, बरसीम या बाजरा। इसी तरह रलवियां फसलां आधारित ਅਤੇ सब्जी आधारित फसली चक्कर भी अपनाए जा सकते हैं। तीजा प्रश्न, पंजाब विच खेतीबाड़ी नाल संबंधित समस्यावां बारे लिखो। उत्तर, पंजाब विच खेतीबाड़ी नाल संबंधित समस्यावां हेठां लिखे अनुसार हैं। हरे इनकलाब तो बाद पंजाब कणक ਝੋਨੇ ਦੇ फसली चक्कर विच फस के रह गया। सिर्फ 2 ही फसलों ते जोर देण नाल पंजाब विच जमीन हेठले पानी की डूंघाई वधदी जा रही है ते वाधू रसायनिक दवाइयां जिवें नदीनाशक, कीटनाशक ਅਤੇ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਭੌਤਿਕ ਤੇ ਰਸਾਇਣਿਕ ਬਣਾਵਟ ਅਤੇ ਸਿਹਤ ਵਿੱਚ ਵਿਗਾੜ ਆ ਰਿਹਾ ਹੈ। ਤੇਲ ਬੀਜ ਫਸਲਾਂ ਤੇ ਦਾਲਾਂ ਦੀ ਕਾਸ਼ਤ ਘੱਟ ਹੋ ਰਹੀ ਹੈ। ਪੰਜਾਬ ਵਿੱਚ ਦੱਖਣ ਪੱਛਮੀ ਇਲਾਕੇ ਵਿੱਚ ਵਧੇਰੇ ਮੀਂਹ ਪੈਣ ਨਾਲ ਮਿੱਟੀ ਦੀ ਖੁਰਨ ਦੀ ਸਮੱਸਿਆ ਵੱਧ ਹੈ।
पानी दा पद्धर हर साल 74 सेंटीमीटर थले जा रहा है, जिस कारण किसानां नूं सबमर्सिबल मोटरां लगा के पानी कढ़ना पै रहा है, जिस नाल खर्चा वध गया है। जैविक विभिन्नता घटती जा रही है। कीड़े मकोड़े ਅਤੇ ਨਦੀਨਾਂ ਦੀਆਂ ਨਵੀਆਂ ਕਿਸਮਾਂ ਪੈਦਾ ਹੋ ਰਹੀਆਂ ਹਨ। कई तरह के मौसमी बदलाव हो रहे हैं। प्रश्न 4, संयुक्त खेती प्रणाली यानी इंटीग्रेटेड फार्मिंग सिस्टम की है? उदाहरण सहित विस्तार पूर्वक लिखो। उत्तर, संयुक्त फसल प्रणाली। संयुक्त फसल प्रणाली विच किसान खेती तो इलावा एक दो खेती सहायक धंधे अपना के अपनी आमदन विच वाधा करता है। इस तरह किसान अपनी कमाई विच वाधा तो करता ही है, उसके घर के मैंबर भी इन्हां कामां विच सहायता कर सकते हैं। परिवार के जीआं नूं पौष्टिक आहार भी प्राप्त हो जाता है। किसान अपने फार्म के साधना मुताबिक अपनी शुद्ध आमदन वधा सकता है। कुछ सहायक धंधे हैं। संयुक्त खेती प्रणाली विच निम्नलिखित विचों कोई एक या दो सहायक धंधे अपनाए जा सकते हैं, जिवें मच्छी पालना, फलों की काश्त, सब्जी की काश्त, डेयरी फार्मिंग, खरगोश पालना, सूर पालना, बकरी पालना, शहद दियां मक्खियां पालना, पोल्ट्री फार्मिंग, वन खेती फसलां जिवें पापलर। 5, रलवी फसल प्रणाली मिक्स्ड क्रॉपिंग की है? उदाहरण सहित लिखो। उत्तर, रलवी फसल प्रणाली घट जमीन विचों वध तो वध पैदावार लैण, वध आमदन लैण ਅਤੇ ਜ਼ਰੂਰਤਾਂ ਪੂਰੀਆਂ ਕਰਨ ਲਈ ਰਲਵੀਆਂ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਨੂੰ ਰਲਵੀ ਫਸਲ ਪ੍ਰਣਾਲੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਵਾਹੀ ਯੋਗ ਰਕਬਾ ਹੌਲੀ-ਹੌਲੀ ਘਟਦਾ ਜਾ ਰਿਹਾ ਹੈ। ਇਸ ਦੇ ਕਈ ਕਾਰਨ ਹਨ, ਜਿਵੇਂ ਕਾਰਖਾਨੇ, ਨਵੀਆਂ ਕਲੋਨੀਆਂ ਦਾ ਹੋਂਦ ਵਿੱਚ ਆਉਣਾ। ਇਸ ਲਈ ਮੌਜੂਦਾ ਉਪਲਬਧ ਜ਼ਮੀਨ ਤੋਂ ਵੱਧ ਪੈਦਾਵਾਰ ਲੈਣ ਲਈ, ਆਪਣੀ ਆਮਦਨ ਵਧਾਉਣ ਲਈ ਅਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਰਲਵੀਆਂ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਵੇਂ ਕਿ ਮੱਕੀ ਜਾਂ ਮੂੰਗੀ, ਅਰਹਰ ਜਾਂ ਮੂੰਗੀ, ਸੋਇਆਬੀਨ ਜਾਂ ਮੂੰਗੀ, ਮੱਕੀ ਜਾਂ ਸੋਇਆਬੀਨ, ਮੱਕੀ ਜਾਂ ਹਰੇ ਚਾਰੇ ਲਈ ਮੱਕੀ ਜਾਂ ਮੂੰਗਫਲੀ, ਨਰਮਾ ਜਾਂ ਮੱਕੀ ਆਦਿ। ਰਲਵੀਆਂ ਫਸਲਾਂ ਦੀ ਕਾਸ਼ਤ ਨਾਲ ਮੁੱਖ ਫਸਲ ਦੇ ਝਾੜ ਤੇ ਕੋਈ ਅਸਰ ਨਹੀਂ ਹੁੰਦਾ, ਬਲਕਿ ਇਸ ਤਰ੍ਹਾਂ ਵੱਧ ਪੈਦਾਵਾਰ ਤਾਂ ਪ੍ਰਾਪਤ ਹੁੰਦੀ ਹੀ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ। ਇਸ ਨਾਲ ਨਦੀਨਾਂ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਸ ਚੈਪਟਰ ਦੇ ਪ੍ਰਸ਼ਨ ਉੱਤਰ ਸਮਝ ਆ ਗਏ ਹੋਣਗੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਕਰਨਾ ਮੈਨੂੰ ਨਾ ਦੱਸਿਓ। ਹੁਣ ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।